ਸਤਿ ਸ਼੍ਰੀ ਅਕਾਲ ਜੀ। ਟੂਡੇ ਪੋਸਟ ਪੰਜਾਬੀ ਦੇ ਨਾਲ ਜੁੜੇ ਹੋ ਤੁਸੀਂ। ਬੀਤੇ ਦਿਨੀ ਕੇਂਦਰ ਵੱਲੋਂ ਪੇਸ਼ ਕੀਤੇ ਗਏ ਬਜਟ ਤੇ ਜਿੱਥੇ ਵਿਰੋਧੀ ਰਾਜਨੀਤਿਕ ਪਾਰਟੀਆਂ ਨੇ ਇਸ ਬਜਟ ਤੇ ਸਵਾਲ ਚੁੱਕੇ ਅਤੇ ਖਾਸ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਸ ਬਜਟ ਨੂੰ ਪੰਜਾਬ ਨਾਲ ਵਿਤਕਰਾ ਕਰਾਰ ਦਿੱਤਾ, ਉੱਥੇ ਹੀ ਕੇਂਦਰ ਦੇ ਪੇਸ਼ ਬਜਟ ਦੀਆਂ ਵਡਿਆਈਆਂ ਕਰ ਰਹੇ ਹਨ ਭਾਜਪਾ ਨੇਤਾ। ਭਾਜਪਾ ਵੱਲੋਂ ਆਪਣੀ ਪਾਰਟੀ ਦੀ ਇੱਕ ਨੇਤਾਵਾਂ ਦੀ ਬਜਟ ਕਮੇਟੀ ਬਣਾਈ ਗਈ ਹੈ ਜੋ ਸੂਬੇ ਭਰ 'ਚ ਬਜਟ ਤੇ ਚਰਚਾ ਪ੍ਰੋਗਰਾਮ ਚਲਾ ਰਹੀ ਹੈ ਅਤੇ ਇਸ ਦੇ ਚੱਲਦੇ ਬਟਾਲਾ 'ਚ ਵੀ ਭਾਜਪਾ ਨੇਤਾ ਅਤੇ ਭਾਜਪਾ ਪਾਰਟੀ ਦੀ ਬਜਟ ਕਮੇਟੀ ਦੇ ਮੈਂਬਰ ਅਨਿਲ ਵਾਸਦੇਵ ਵੱਲੋਂ ਸਨਅਤਕਾਰਾਂ ਅਤੇ ਕਾਰੋਬਾਰੀਆਂ ਨਾਲ ਮੀਟਿੰਗ। ਜੁੜੇ ਰਹੋ ਟੂਡੇ ਪੋਸਟ ਪੰਜਾਬੀ ਚੈਨਲ ਦੇ ਨਾਲ। ਪੱਤਰਕਾਰ ਵਿੱਕੀ ਮਲਿਕ ਅਤੇ ਵਿਕਰਮ ਸਿੰਘ ਵਿੱਕੀ ਦੀ ਬਟਾਲਾ ਤੋਂ ਖਾਸ ਰਿਪੋਰਟ। ਬਜਟ ਤੇ ਚਰਚਾ ਬਟਾਲੇ ਦੇ ਅੰਦਰ, ਜਿਹਦੇ ਵਿੱਚ ਸਾਡੇ ਹਰ ਇੰਡਸਟਰੀਜ਼ ਜਿਨ੍ਹਾਂ ਦੇ ਵਿੱਚ ਪ੍ਰਮੁੱਖਤਾ ਦੇ ਵਿੱਚ ਇੰਦਰ ਸੇਖੜੀ ਜੀ, ਰਜੇਸ਼ ਮਰਵਾ ਜੀ, ਤਰੇਨ ਸਾਹਿਬ, ਇਹ ਸਭ ਲੋਕ ਜਿਹੜੇ ਹੈਗੇ ਹੈ ਔਰ ਵਪਾਰੀ ਵਰਗ ਤੋਂ ਔਰ ਸਾਰੇ ਸ਼ਹਿਰ ਦੇ ਪ੍ਰਬੁੱਧ ਨਾਗਰਿਕ ਇੱਥੇ ਹਾਜ਼ਰ ਸੀ। ਇਹਨਾਂ ਨਾਲ ਜਿਹੜਾ 1 ਫਰਵਰੀ ਨੂੰ ਬਜਟ ਮਾਨਯ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਪੇਸ਼ ਕੀਤਾ, ਵਿਸਤਾਰ ਨਾਲ ਚਰਚਾ ਜਿਹੜੀ ਹੈ ਉਹਦੇ ਵਿੱਚ ਹੋਈ ਹੈ। ਇਹ ਸਾਡਾ ਸਭ ਦਾ ਮੰਨਣਾ ਹੈ ਕਿ ਇਸ ਸਾਲ ਦਾ ਜਿਹੜਾ ਬਜਟ ਹੈ ਇਹ ਨਾ ਕੇਵਲ ਇਸ ਸਾਲ ਦਾ ਰੋਡ ਮੈਪ ਤਿਆਰ ਕਰਦਾ, ਇਹ ਆਉਣ ਵਾਲੇ 25-50 ਸਾਲਾਂ ਦਾ ਰੋਡ ਮੈਪ ਜਿਹੜਾ ਹੈ, ਜਿਹੜੀ ਕਿ ਯੋਜਨਾ ਪਲੈਨਿੰਗ ਡਾਕੂਮੈਂਟ ਹੈਗਾ। ਇਹ ਖਾਲੀ ਬਜਟ ਹੀ ਨਹੀਂ ਹੈ, ਇਹ ਕ੍ਰਾਂਤੀਕਾਰੀ ਔਰ ਇਤਿਹਾਸਿਕ ਹੈ। ਇਹ ਇੱਕ ਪਲੈਨਿੰਗ ਡਾਕੂਮੈਂਟ ਹੈ ਜਿਹੜਾ ਆਉਣ ਵਾਲੇ 25-50 ਸਾਲਾਂ ਦਾ ਰੋਡ ਮੈਪ ਜਿਹੜਾ ਤਿਆਰ ਕਰਦਾ। ਇਹਦੇ ਵਿੱਚ ਨੌਜਵਾਨਾਂ ਨੂੰ ਇੰਪਲੋਇਮੈਂਟ ਦੇ ਲਈ, ਕਿਸਾਨੀ ਸੈਕਟਰ ਨੂੰ ਬਹੁਤ ਵੱਡੇ ਫਾਇਦੇ, ਮਹਿਲਾਵਾਂ ਦੇ ਲਈ, ਇੰਡਸਟਰੀ ਦੇ ਲਈ, ਵਪਾਰੀ ਵਰਗ ਦੇ ਲਈ, ਫਾਈਨੈਂਸ਼ੀਅਲ ਸੈਕਟਰ ਦੇ ਲਈ, ਇਹ ਸਾਰੇ ਸੈਕਟਰ ਦੇ ਵਿੱਚ ਜਿਹੜਾ ਹੈਗਾ ਬਹੁਤ ਵੱਡੇ ਫਾਇਦੇ ਜਿਹੜੇ ਇਹਦੇ ਵਿੱਚ ਐਲਾਨੇ ਗਏ ਹੈ ਕਿ ਇਹ ਖਾਲੀ ਟੈਕਸ ਦਾ ਫਾਇਦਾ ਨਹੀਂ ਹੈ। ਇਸ ਬਜਟ ਵਿੱਚ ਤੁਸੀਂ ਕਲਪਨਾ ਕਰੋ 10 ਲੱਖ ਕਰੋੜ ਦੀ ਇਨਫਰਾਸਟ੍ਰਕਚਰ ਦੇ ਵਿੱਚ ਇਨਵੈਸਟਮੈਂਟ ਇਸ ਸਾਲ ਦੇ ਅੰਦਰ ਹੋਣੀ ਹੈ। 10 ਲੱਖ ਕਰੋੜ ਦੀ ਇਨਵੈਸਟਮੈਂਟ ਦੇ ਨਾਲ ਮੈਂ ਤੇ ਕੱਲੇ ਸੈਕਟਰ ਦੇ ਵਿੱਚ ਵੀ ਕੀ ਇਨਵੈਸਟਮੈਂਟ ਹੋ ਰਹੀ ਹੈ ਉਹਦੇ ਬਾਰੇ ਦੇ ਵਿੱਚ ਵੀ ਮੇਰੇ ਕੋਲ ਕੁਝ ਡਾਟਾ, ਮੈਂ ਉਹਦੀ ਗੱਲ ਵੀ ਕਰ ਰਿਹਾ ਸੀ, ਲੇਕਿਨ ਸਿਗੜੀ ਜੀ ਨੇ ਐਡ ਕੀਤਾ, ਮੈਨੂੰ ਸੰਖਿਆ ਦਾ ਆਈਡੀਆ ਨਹੀਂ, 2 ਕਰੋੜ ਨਵੀਆਂ ਨੌਕਰੀਆਂ ਇਸ 10 ਲੱਖ ਕਰੋੜ ਦੇ ਕੈਪੀਟਲ ਐਕਸਪੈਂਡੀਚਰ ਦੇ ਨਾਲ, ਜਿਹੜਾ ਪਿਛਲੇ ਸਾਲ ਤੋਂ 33% ਜ਼ਿਆਦਾ ਹੈ। ਤੁਸੀਂ ਕਲਪਨਾ ਕਰੋ 10 ਲੱਖ ਕਰੋੜ ਦੇ ਨਾਲ ਕਿੰਨੇ ਕੁ ਇੰਸਟੀਚਿਊਟਸ, ਕਿੰਨੇ ਕੁ ਨੈਸ਼ਨਲ ਹਾਈਵੇ, ਕਿੰਨਾ ਹੀ ਰੇਲਵੇ ਦਾ ਜਿਹੜਾ ਮਾਡਰਨਾਈਜੇਸ਼ਨ, ਅਪਗ੍ਰੇਡੇਸ਼ਨ ਦਾ ਕੰਮ ਜਿਹੜਾ ਹੈਗਾ ਉਹ ਹੋਏਗਾ ਔਰ ਕਿੰਨੀਆਂ ਨੌਕਰੀਆਂ ਇਹ ਤੋਂ ਜਨਰੇਟ ਹੋਣਗੀਆਂ, ਉਹਦੀ ਤੁਸੀਂ ਕਲਪਨਾ ਕਰ ਸਕਦੇ ਹੋ। ਜਿਹੜੇ ਪ੍ਰਮੁੱਖ ਸੈਕਟਰਸ ਨੂੰ ਬਹੁਤ ਜ਼ਿਆਦਾ ਪੈਸੇ ਮਿਲੇ ਆ, ਉਹਦੇ ਵਿੱਚ ਨੈਸ਼ਨਲ ਹਾਈਵੇ ਦਾ ਬਜਟ ਲਗਭਗ 35% ਵਧਿਆ, ਡਿਫੈਂਸ ਦਾ ਬਜਟ ਲਗਭਗ 6 ਲੱਖ ਕਰੋੜ, ਉਹਦੇ ਵਿੱਚ 10% ਦਾ ਵਾਧਾ ਹੈਗਾ ਔਰ ਰੇਲਵੇ ਦਾ 2,40,000 ਕਰੋੜ ਦਾ ਬਜਟ ਜਿਹੜਾ ਹੈ ਉਹ ਰੇਲਵੇ ਦਾ ਹੋ ਗਿਆ। 66% ਪਿਛਲੇ ਸਾਲ ਨਾਲੋਂ ਵੱਧ ਬਜਟ ਜਿਹੜਾ ਉਹ ਰੇਲਵੇ ਨੂੰ ਮਿਲਣਾ ਹੈ। ਉਹਦੇ ਵਿੱਚ ਕੀ ਹੋਣਾ ਹੈ? ਉਹਦੇ ਵਿੱਚ ਨਵੀਆਂ ਰੇਲ ਲਾਈਨਸ ਬਣਨੀਆਂ, ਸਟੇਸ਼ਨਾਂ ਦੀ ਅਪਗ੍ਰੇਡੇਸ਼ਨ ਹੋਣੀ ਹੈ, ਨਵੀਂ ਟੈਕਨੋਲੋਜੀ ਦੇ ਨਾਲ ਰੇਲ ਚੱਲਣ ਦਾ ਜਿਹੜਾ ਹੈਗਾ ਉਹ ਗੱਲ ਹੋਣੀ ਹੈ। ਗੱਲ ਕਰ ਰਹੇ ਸੀ ਕਿ 2026 ਦਸੰਬਰ ਤੱਕ, ਜਿਨ੍ਹਾਂ ਨੇ ਮਾਨਯੋਗ ਰੇਲ ਮੰਤਰੀ ਦੀ ਸਪੀਚ ਸੁਣੀ, ਤੁਹਾਡਾ ਦੇਸ਼ ਈਵਨ ਜਿਹੜਾ ਬੁਲਟ ਟ੍ਰੇਨ ਦੇ ਪ੍ਰੋਜੈਕਟ ਦੇ ਵਿੱਚ ਅਗਰਨੀ ਹੈ ਔਰ ਦਸੰਬਰ 2026 ਦੇ ਵਿੱਚ ਬੁਲਟ ਟ੍ਰੇਨ ਸ਼ੁਰੂ ਹੋਣ ਵਾਲੀ ਹੈ। ਔਰ ਉਹ ਤੁਸੀਂ ਅੰਦਾਜ਼ਾ ਲਾਓ, ਕਿਸੇ ਜ਼ਮਾਨੇ ਦੇ ਵਿੱਚ 70-80 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਟ੍ਰੇਨ ਚੱਲਦੀ ਸੀ, ਅੱਜ 130 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਰਹੀ ਹੈ, ਆਉਣ ਵਾਲੇ ਸਮੇਂ 'ਚ 180 ਹੋਣ ਵਾਲੀ ਹੈ ਔਰ ਬੁਲਟ ਟ੍ਰੇਨ 350 ਕਿਲੋਮੀਟਰ ਪਰ ਘੰਟੇ ਦੀ ਸਪੀਡ ਦੇ ਨਾਲ ਚੱਲੇਗੀ। ਇਹ ਟੈਕਨੋਲੋਜੀ, ਤੁਹਾਡਾ ਦੇਸ਼ ਜਿਹੜਾ ਪੂਰੀ ਦੁਨੀਆ ਦੇ ਅੰਦਰ ਟੈਕਨੋਲੋਜੀ ਦੇ ਵਿੱਚ ਅਗਰਨੀ ਹੋ ਰਿਹਾ। ਨਵੇਂ 157 ਮੈਡੀਕਲ ਕਾਲਜ ਦਾ ਖੋਲ੍ਹਿਆ ਜਾਣਾ, ਉਹਦੇ ਨਾਲ 157 ਨਰਸਿੰਗ ਕਾਲਜਿਸ ਦਾ ਖੋਲ੍ਹਿਆ ਜਾਣਾ, 740 ਇਕਲਵਯ ਸਕੂਲ, ਇਕਲਵਯ ਰੈਜ਼ੀਡੈਂਸ਼ੀਅਲ ਸਕੂਲ, ਜਿਹੜੇ ਉੱਤਮ ਕਿਸਮ ਦੇ ਸਕੂਲ ਤੁਹਾਡੇ ਜ਼ਿਲ੍ਹੇ ਦੇ ਵਿੱਚ ਵੀ ਖੁੱਲ੍ਹੇਗਾ। ਔਰ ਰੇਲਵੇ ਦੇ ਲਈ ਜਿਹੜੀ ਅਪਗ੍ਰੇਡੇਸ਼ਨ ਦੀ ਗੱਲ ਹੈ, ਉਹਦੇ ਵਿੱਚ ਗੁਰਦਾਸਪੁਰ ਦਾ ਸਟੇਸ਼ਨ ਵੀ ਸ਼ਾਮਿਲ ਹੈ, ਬਟਾਲੇ ਦਾ ਸਟੇਸ਼ਨ ਸ਼ਾਇਦ ਉਹ ਇਸ ਵਾਰੀ ਨਹੀਂ ਹੈ, ਅਗਲੀ ਵਾਰੀ ਆਏਗਾ। ਇਹ ਸਾਰੇ ਸਟੇਸ਼ਨ ਜਿਹੜੇ ਹੈਗੇ ਹੋਣੇ, ਪਠਾਨਕੋਟ ਦੇ 2 ਤੁਹਾਡੇ ਇਸ ਇਲਾਕੇ ਦੇ ਅੰਦਰ ਦੋਨੋਂ ਸਟੇਸ਼ਨ ਉਹਦੇ ਅਪਗ੍ਰੇਡੇਸ਼ਨ ਦੇ ਅੰਦਰ ਸ਼ਾਮਿਲ ਹੈ। ਔਰ ਇਹਦੇ ਨਾਲ 38,800 ਇਹ ਜਿਹੜੇ ਸਕੂਲਾਂ ਦੇ ਅੰਦਰ ਜਿਹੜੇ ਨਵੇਂ ਸਕੂਲ ਚੱਲਣੇ ਔਰ ਜਿਹੜੇ ਨਵੇਂ ਨਰਸਿੰਗ ਕਾਲਜਿਸ ਔਰ ਮੈਡੀਕਲ ਕਾਲਜ ਬਣਨੇ, 38,800 ਲੋਕਾਂ ਨੂੰ ਨੌਕਰੀ ਦਾ ਪ੍ਰਾਵਧਾਨ ਇਸ ਬਜਟ ਦੇ ਅੰਦਰ ਹੈਗਾ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਗੱਲ ਕਰੀਏ ਤੇ 79,000 ਕਰੋੜ ਦਾ ਪ੍ਰੋਵੀਜ਼ਨ, ਜਿਹੜਾ ਤੁਸੀਂ ਕਲਪਨਾ ਕਰੋ
79,000 ਕਰੋੜ ਦੇ ਨਾਲ ਜਿਹੜਾ 1.5 ਤੋਂ ਪੌਣੇ 2 ਲੱਖ ਰੁਪਏ ਦਾ ਨਵੇਂ ਘਰ ਜਿਹੜੇ ਗਰੀਬ ਆਦਮੀ ਨੂੰ ਬਣਾ ਕੇ ਦੇਣੇ ਹੈ। ਸਾਡੇ ਇਸ ਇਲਾਕੇ ਦੇ ਅੰਦਰ ਕੰਮ ਘੱਟ ਹੋਇਆ, ਮੈਨੂੰ ਲੱਗਦਾ ਹੈ ਕਿ ਤੇਜ਼ੀ ਪਕੜੇਗਾ। ਮੈਨੂੰ ਪਤਾ ਕਿ ਹਿਮਾਚਲ ਦੇ ਵਿੱਚ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ 5-5 ਹਜ਼ਾਰ ਘਰ ਲੋਕਾਂ ਨੇ ਬਣਵਾਏ, ਔਰ ਇਹ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ 79,000 ਕਰੋੜ ਦਾ ਬਜਟ ਇਸ ਸਾਲ ਦੇ ਵਿੱਚ ਖਰਚ ਹੋਣ ਦਾ ਜਿਹੜਾ ਉਹ ਇਸ ਯੋਜਨਾ ਦੇ ਅੰਦਰ ਹੈ। ਔਰ ਕਿਸਾਨੀ ਦੀ ਗੱਲ ਕਰੀਏ, ਕਿਸਾਨੀ ਦੇ ਲਈ ਤੇ ਇਹ ਵਾਕਈ ਮੀਲ ਪੱਥਰ ਸਾਬਤ ਹੋਣ ਵਾਲਾ ਇੱਕ ਗੱਲ ਤੈਅ ਕੀਤੀ ਹੈ ਭਾਰਤ ਦੀ ਨਰਿੰਦਰ ਮੋਦੀ ਜੀ ਦੀ ਸਰਕਾਰ ਨੇ ਕਿ ਹੁਣ ਜਿੰਨੇ ਤੱਕ ਅਸੀਂ ਡਾਇਵਰਸੀਫਾਈ ਨਹੀਂ ਕਰਾਂਗੇ, ਜਿੰਨੇ ਤੱਕ ਸਮੇਂ ਦਾ ਇੰਤਜ਼ਾਰ ਨਹੀਂ ਕਰਾਂਗੇ ਕਿ ਮੈਨੂੰ ਮੇਰੀ ਫਸਲ ਦਾ ਚੰਗਾ ਭਾਅ ਕਦੋਂ ਮਿਲਣਾ ਹੈਗਾ, ਸਾਡੀ ਆਮਦਨ ਉਨੀ ਨਹੀਂ ਵੱਧ ਸਕਦੀ। ਔਰ ਉਹਦੇ ਲਈ ਹਾਰਟੀਕਲਚਰ ਪ੍ਰੋਡਿਊਸ ਨੂੰ ਬੜਾਵਾ ਦੇਣ ਦੇ ਲਈ, ਉਹਨੂੰ ਪ੍ਰਮੋਟ ਕਰਨ ਦੇ ਲਈ 2200 ਕਰੋੜ ਰੁਪਏ ਰੱਖੇ। ਸਟੋਰੇਜ ਫੈਸਿਲਿਟੀਜ਼ ਨੂੰ ਕ੍ਰੀਏਟ ਕਰਨ ਦੇ ਲਈ ਬਹੁਤ ਵੱਡਾ ਜਿਹੜਾ ਇੰਤਜ਼ਾਮ ਉਹਦੇ ਵਿੱਚ ਕੀਤਾ। ਔਰ ਉਹ ਸਟੋਰੇਜ ਫੈਸਿਲਿਟੀ ਦਾ ਮਾਇਨਾ ਇਹ ਹੈਗਾ ਕਿ ਮੇਰੇ ਕਿਸਾਨ ਫਸਲ ਉੱਥੇ ਰੱਖੇ ਔਰ ਉਦੋਂ ਵੇਚੇ ਜਦੋਂ ਉਹਨੂੰ ਠੀਕ ਫਾਇਦਾ ਜਿਹੜਾ ਉਹਦਾ ਮਿਲੇਗਾ। 2 ਲੱਖ ਕਰੋੜ ਦਾ ਕ੍ਰੈਡਿਟ ਫਿਸ਼ਰੀਜ਼, ਡੇਅਰੀ ਫਾਰਮਿੰਗ ਔਰ ਸਾਨੂੰ ਐਨੀਮਲ ਹਸਬੈਂਡਰੀ ਦੇ ਫੀਲਡ ਦੇ ਵਿੱਚ ਇਸ ਸਾਲ ਦੇ ਅੰਦਰ ਮਿਲਣਾ ਹੈ। ਇੱਕ ਨੌਜਵਾਨਾਂ ਨੂੰ ਮੌਕਾ ਮਿਲੇ। ਦੇਖੀਏ ਇਸ ਬਜਟ ਦੀ ਸਭ ਤੋਂ ਵੱਡੀ ਜਿਹੜੀ ਖੂਬੀ ਹੈ, ਉਹਨਾਂ ਨੇ ਇਕੁਅਲ ਓਪਰਚੁਨਿਟੀ ਦੀ ਗੱਲ ਕੀਤੀ, ਵੀ ਮੌਕੇ ਮਿਲਣਗੇ। ਸੀਜ਼ ਕੌਣ ਕਰਦਾ, ਇਹ ਹੁਣ ਟਾਈਮ ਆ ਗਿਆ। ਹਰ ਕੋਈ ਵਿਅਕਤੀ ਜਿਹਦੇ ਕੋਲ ਐਜੂਕੇਸ਼ਨ ਹੈਗੀ ਹੈ ਉਹਦੀ ਫੈਸਿਲਿਟੀ ਦਿੱਤੀ ਹੈ ਸਰਕਾਰ ਨੇ, ਜਿਹਦੇ ਕੋਲ ਨੌਲੇਜ ਹੈ ਉਹਦੀ ਫੈਸਿਲਿਟੀ। ਮੈਂ ਉਹਦੀ ਗੱਲ ਸਕਿੱਲ ਜਿਹੜੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਅੰਦਰ ਕੰਮ ਹੋ ਰਿਹਾ ਹੈਗਾ। ਸਟਾਰਟਅਪਸ, ਐਗਰੀਕਲਚਰ ਸਟਾਰਟਅਪਸ ਜਿਹੜੇ ਹੈਗੇ ਆ ਉਹ ਇਹਦੇ ਵਿੱਚ ਬਣਨ ਦੇ ਲਈ ਬਹੁਤ ਵੱਡਾ ਕਾਰਪਸ ਉਹਦੇ ਵਿੱਚ ਰੱਖਿਆ ਗਿਆ ਹੈਗਾ। ਔਰ 500 ਤਰੀਕੇ ਦੇ ਪਲਾਂਟਸ ਐਸੇ ਹੈਗੇ ਆ ਜਿਨ੍ਹਾਂ ਨੂੰ ਲਗਾਉਣ ਦੇ ਨਾਲ ਬਹੁਤ ਵੱਡਾ ਫਾਇਦਾ ਜਿਹੜਾ ਹੋਣਾ, ਉਹਦੇ ਲਈ ਵੀ ਬਹੁਤ ਵੱਡਾ ਜਿਹੜਾ ਉਹ ਫਾਇਦਾ ਇਸ ਬਜਟ ਜਿਹੜਾ ਹੈਗਾ ਇਹਦੇ ਵਿੱਚ ਕਿਸਾਨੀ ਦੇ ਲਈ ਰੱਖਿਆ ਗਿਆ ਸਕਦੇ ਹੋ। ਨੌਜਵਾਨਾਂ ਨੂੰ ਟ੍ਰੇਨਿੰਗ, ਔਰ ਟ੍ਰੇਨਿੰਗ ਵੀ ਕਿਹੜੇ ਫੀਲਡਾਂ ਦੇ ਵਿੱਚ, ਜਿਹੜੀ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਚੱਲ ਰਹੀ ਹੈ ਬੜੀ ਦੇਰ ਤੋਂ, ਉਹਦਾ ਚੌਥਾ ਚਰਨ ਇਸ ਬਜਟ ਦੇ ਵਿੱਚ ਲਾਂਚ ਕੀਤਾ। ਉਸ ਚੌਥੇ ਚਰਨ ਦੇ ਅੰਦਰ ਸਾਨੂੰ ਰੋਬੋਟਿਕਸ ਦੇ ਵਿੱਚ, ਮੈਕਟ੍ਰੋਨਿਕਸ ਦੇ ਵਿੱਚ, ਡਰੋਨਸ ਦੇ ਵਿੱਚ, ਸੌਫਟ ਸਕਿੱਲਸ ਦੇ ਵਿੱਚ, ਐਸਐਸਏ ਦੇ ਵਿੱਚ ਸਪੈਸ਼ਲਾਈਜ਼ਡ ਟ੍ਰੇਨਿੰਗ ਜਿਹੜੀ ਹੈਗੀ ਉਹ ਦਿੱਤੀ ਜਾਂਦੀ ਹੈ ਤਾਂ ਕਿ ਪੂਰੀ ਦੁਨੀਆ ਦੇ ਅੰਦਰ ਮੇਰਾ ਨੌਜਵਾਨ ਕੰਮ ਕਰਨ ਦੇ ਉਹਨੂੰ ਅਵਸਰ ਮਿਲ ਸਕਣ। ਇਹ ਯੋਜਨਾ ਜਿਹੜੀ ਹੈਗੀ ਹੈ ਇਹ ਕੇਂਦਰ ਸਰਕਾਰ ਨੇ ਬਣਾਈ ਹੈ। ਕਾਦੀਆਂ ਰੇਲ ਲਾਈਨ ਦੇਖੋ, ਇੱਕ ਰੇਲ ਲਾਈਨ ਵੀ ਜਿਹੜੀ ਹੈਗੀ 18 ਨਾ ਪੰਜਾਬ ਦੇ ਵਿੱਚ ਮੇਰੇ ਖਿਆਲ 12 ਕਿ 18 ਰੇਲ ਲਾਈਨ ਦੀ ਗੱਲ ਜਿਹੜੀ ਹੈਗੀ ਆਈ ਹੈਗੀ ਹੈ। ਕਿਉਂਕਿ ਬਜਟ ਬੜਾ ਇੱਕ ਡਿਟੇਲਡ ਡਾਕੂਮੈਂਟ ਹੁੰਦਾ ਹੈਗਾ, ਲੇਕਿਨ ਇਹ ਵਾਲੀ ਗੱਲ ਜਿਹੜੀ ਹੈਗੀ ਹੈ ਰੇਲ ਲਾਈਨਸ ਦੀ ਗੱਲ ਹੈਗੀ ਹੈ ਇਸ ਜ਼ਿਲ੍ਹੇ ਦੇ ਅੰਦਰ ਜਿਹੜੀ ਹੈਗੀ ਹੈ। ਨਹੀਂ, ਬਟਾਲਾ ਤੋਂ ਬੰਬੇ ਟ੍ਰੇਨ ਜਾਂਦੀ ਹੈ, ਹੁਣ ਤੇ ਬੰਬੇ ਤੋਂ ਛੱਡ ਕੇ ਜਲੰਧਰੋਂ ਟ੍ਰੇਨ ਵੀ ਸਿੱਧੀ ਨਹੀਂ ਆਉਂਦੀ। ਦੇਖੀਏ ਨਾ ਡਬਲ ਲਾਈਨ ਕਦੋਂ ਹੋਣੀ ਹੈ? ਕਿਤੇ ਐਸਾ ਹੈਗਾ, ਡਬਲ ਲਾਈਨਾਂ ਬਹੁਤ ਹੋਈਆਂ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਡਬਲ ਲਾਈਨਾਂ ਪੂਰਾ ਦਿੱਲੀ ਤੋਂ ਜੰਮੂ ਜਿਹੜੀ ਹੈਗੀ ਡਬਲ ਲਾਈਨ ਹੋ ਚੁੱਕੀ ਹੈ। ਪਹਿਲੇ ਕਿੱਥੇ ਸੀਗੀ? ਪਿਛਲੇ 5 ਸਾਲਾਂ ਦੇ ਅੰਦਰ ਹੋਈ ਹੈ। ਇਹ ਗੱਲ ਵੀ ਅਸੀਂ ਦੇਖੀ। ਮੈਂ ਬਟਾਲੇ ਦੀ ਗੱਲ ਹੀ ਕਰ ਰਿਹਾ ਕਿ ਸਟੇਜ ਵਾਈਜ਼ ਬਟਾਲਾ ਵੀ ਦੇਖੋ ਇਹ ਲਾਈਨ ਕਿਸ ਤਰੀਕੇ ਨਾਲ ਪੋਪੂਲਰ ਹੋ ਸਕਦੀ ਹੈ। ਇਹ ਵੀ ਗੱਲ ਤੁਹਾਡੀ ਬੜੀ ਵਾਜਿਬ ਹੈ ਔਰ ਮੈਂ ਜ਼ਰੂਰ ਜਿਹੜਾ ਹੈਗਾ ਆਪਣੀ ਉਹਦੇ ਨਾਲ ਵੀ ਟੇਕਅਪ ਕਰਕੇ ਇੱਕ ਨੋਟ ਅਸੀਂ ਭੇਜਣਾ, ਉਹਦੇ ਵਿੱਚ ਰੇਲ ਇਨਫਰਾਸਟ੍ਰਕਚਰ ਨੂੰ ਇਸ ਇਲਾਕੇ ਨੂੰ ਲਾਭ ਮਿਲੇ, ਇਹਦੀ ਗੱਲ ਆਪਾਂ ਜ਼ਰੂਰ ਜਿਹੜੀ ਹੈਗੀ ਉਹ ਕਰਾਂਗੇ। ਗ੍ਰੀਨ ਟੈਕਨੋਲੋਜੀ ਜਿਹੜੀ ਇੰਡੀਆ ਹੁਣ ਪ੍ਰੋਡਿਊਸ ਕਰਨ ਵਾਲਾ ਹੈ, ਜਿਹਦੇ ਵਿੱਚ ਹਾਈਡਰੋਜਨ ਦੇ ਰਾਹੀਂ ਜਿਹੜੀ ਗ੍ਰੀਨ ਟੈਕਨੋਲੋਜੀ, ਸੋਲਰ ਐਨਰਜੀ ਦੇ ਰਾਹੀਂ ਜਿਹੜੀ ਗ੍ਰੀਨ ਟੈਕਨੋਲੋਜੀ ਜਿਹੜੀ ਪੂਰੀ ਦੁਨੀਆ ਨਹੀਂ ਕਰ ਪਾਈ। ਕਾਰਬਨ ਕ੍ਰੈਡਿਟਸ ਦਾ ਤੁਸੀਂ ਸ਼ਾਇਦ ਇਸ ਗੱਲ ਨੂੰ ਪਤਾ ਨਹੀਂ ਸੁਣਿਆ ਹੋਣਾ, ਇਹਦੇ ਲੋਕ ਇੰਡਸਟਰੀ ਦੇ ਵਿੱਚ ਹੈਗੇ ਆ ਜਿਹੜੇ ਕੋਇਲੇ ਤੋਂ ਜਾਂ ਰੀਨਿਊਏਬਲ ਐਨਰਜੀ ਯੂਜ਼ ਕਰਕੇ ਜਿਹੜੇ ਐਨਰਜੀ ਪ੍ਰੋਡਿਊਸ ਕਰਦੇ ਉਹਨਾਂ ਨੂੰ ਕਾਰਬਨ ਕ੍ਰੈਡਿਟ ਮਿਲਦੇ ਸੀ, ਹਾਂਜੀ। ਉਹਦੇ ਵਿੱਚ ਬਾਕੀ ਦੁਨੀਆ ਫੇਲ ਹੋ ਗਈ। ਇੰਡੀਆ ਹੁਣ ਲੀਡਰ ਜਿਹੜਾ ਹੈਗਾ ਉਸ ਗੱਲ ਦਾ ਬਣਨ ਵਾਲਾ ਹੈਗਾ। ਇਹ ਗੱਲ ਦਾ ਪ੍ਰਯਾਸ ਇਸ ਬਜਟ ਰਾਹੀਂ ਕੀਤਾ ਗਿਆ ਹੈ। ਔਰ ਇਸ ਬਜਟ ਦੇ ਅੰਦਰ ਜਿੱਥੇ ਇਨਕਮ ਟੈਕਸ ਰੇਟ ਘੱਟ ਕੀਤੇ ਗਏ, ਇਨਕਮ ਟੈਕਸ ਰੇਟ ਦੇ ਅੰਦਰ ਇੰਨਾ ਫਾਇਦਾ ਮੈਂ ਸਮਝਦਾ ਮੱਧਮ ਵਰਗ ਨੂੰ, ਇਹ ਬੇਸਿਕਲੀ ਮਿਡਲ ਕਲਾਸ ਦੇ ਲਈ ਹੈਗਾ। ਮੈਂ ਦੱਸ ਰਿਹਾ, ਮੈਂ ਸਸਤੀਆਂ ਹੋਈਆਂ, ਘਿਓ ਸਸਤਾ ਹੋਇਆ। ਮੈਂ ਤੁਹਾਨੂੰ ਉਹਦੇ ਬਾਰੇ ਦੇ ਵਿੱਚ ਹੀ ਲੱਗਾ ਦੱਸਣ ਕਿ ਇਸ ਬਜਟ ਦੇ ਅੰਦਰ 80 ਕਰੋੜ ਲੋਕਾਂ ਨੂੰ 1 ਸਾਲ ਦਾ ਜਿਹੜਾ ਹੈਗਾ ਉਹ ਅਨਾਜ ਮੁਫਤ ਮਿਲੇਗਾ ਟਿਲ ਦਸੰਬਰ 2020। 80 ਕਰੋੜ ਲੋਕ ਜਿਹੜੇ ਨੇ ਉਹ ਇੰਨੇ ਗਰੀਬ ਨੇ। देखिए ऐसा है कि वो एलिजिबल है। देखो मेरी गल सुनो, ਇਹਦੇ ਵਿੱਚ ਮੈਂ ਨਹੀਂ ਬਿਲਕੁਲ ਸਰ ਮੈਂ ਬਿਲਕੁਲ ਇਹ ਆંકੜੇ ਹੈ, ਮੈਂ ਇਹਨੂੰ ਝੁਠਲਾ ਨਹੀਂ ਸਕਦਾ ਜੀ। ਇਸ ਗੱਲ ਪ੍ਰਾਪਤੀ ਹੋਈ ਤੁਹਾਡੀ 10 ਸਾਲ ਮੈਂ ਨਹੀਂ ਸਾਡੀ ਪ੍ਰਾਪਤੀ ਬਹੁਤ ਜ਼ਿਆਦਾ ਹੈਗੀ। ਪ੍ਰਾਪਤੀ ਦੇ ਵਿੱਚ ਕੀ ਹੈ, ਪ੍ਰਤੀ ਵਿਅਕਤੀ ਆਏ 1,97,000 ਪਿਛਲੇ 9 ਸਾਲ ਦੇ ਵਿੱਚ ਦੁੱਗਣੀ ਹੋਈ ਹੈ।
ਮੇਰਾ ਫਿਜ਼ੀਕਲ ਡੈਫਿਸਿਟ ਜਿਹੜਾ 10% ਤੋਂ ਉੱਪਰ ਸੀਗਾ, ਜਿਹੜਾ ਘਾਟਾ, ਜਿਹੜਾ ਬਜਟ ਦਾ ਘਾਟਾ ਹੁੰਦਾ, ਉਹ ਇਸ ਸਾਲ 6.4%। 10 ਸਾਲਾਂ ਪਿਛਲੇ 80 ਕਰੋੜ ਦੇ ਜਿਹੜੇ ਲੋਕ ਸੀ, ਗਰੀਬ ਸੀ, ਗਰੀਬੀ ਰੇਖਾ ਤੋਂ ਕਿੰਨੇ ਉੱਪਰ ਦੇਖੋ ਲੈਂਦੇ? ਮੇਰਾ ਉਹਦੀ ਗੱਲ ਕਰ ਰਿਹਾ, ਦੁੱਗਣੀ ਹੋਈ ਹੈ ਆਮਦਨ। ਉਹਨਾਂ ਦੀ ਆਮਦਨ 1,97,000 ਕਰੋੜ ਦਾ ਮਤਲਬ ਪਹਿਲੇ 95,000 ਸੀਗੀ, ਹੁਣ 1,97,000 ਹੋਈ ਹੈ। 1,97,000 ਤੁਸੀਂ ਆਮਦਨ ਕਹਿ ਰਹੇ ਹੋਣਾ। ਸੀ ਕਿ 25 ਤੋਂ 50 ਸਾਲ ਲੱਗਣਗੇ। ਹਾਂਜੀ, 25 ਤੋਂ 50 ਸਾਲ ਲੱਗਣਗੇ ਨਹੀਂ, 25 ਤੋਂ 50 ਸਾਲ ਦੀ ਤੱਕ ਇਹਦਾ ਅਸਰ ਜਿਹੜਾ ਹੈਗਾ ਨਜ਼ਰ ਆਏਗਾ। ਇਹ ਜਿਹੜੇ ਨੌਜਵਾਨ ਹੈ, ਹਾਂਜੀ 25 ਸਾਲ ਜਿਹੜੇ ਬਾਅਦ ਵਾਲੇ, ਉਹਨਾਂ ਨੂੰ ਨੌਕਰੀ ਦਾ ਦੇਖੋ ਜੀ, ਗੱਲ ਨਹੀਂ ਸਮਝੇ, ਨੌਕਰੀ ਨਹੀਂ, ਤੁਸੀਂ ਗਲਤ ਸਮਝੇ ਗਲਤ ਹੋ। ਮੈਂ ਇਹ ਕਹਿ ਰਿਹਾ, ਨਹੀਂ ਜੀ, ਮੈਂ ਸਮਝਾ ਰਿਹਾ ਤੁਹਾਨੂੰ ਕਿ ਨੌਕਰੀਆਂ ਤਾਂ ਹੁਣ ਮਿਲਣੀਆਂ। ਇਹ 10 ਲੱਖ ਕਰੋੜ ਜਿਹੜਾ ਕੈਪੀਟਲ ਐਕਸਪੈਂਡੀਚਰ ਦੇ ਵਿੱਚ ਇਨਵੈਸਟਮੈਂਟ ਹੈਗੀ, ਇਸ ਸਾਲ ਦੀ ਇਨਵੈਸਟਮੈਂਟ ਹੈਗੀ ਹੈ, ਲੇਕਿਨ ਇਹਦਾ ਇੰਪੈਕਟ ਲੰਬਾ ਸਮੇਂ ਦਿਖੇਗਾ, ਇਹ ਮਤਲਬ ਹੈਗਾ।